ਵੈਲਕਮ ਟੂ CBSE ਸਿੱਖਿਆ ਔਨਲਾਈਨ ਪਲੇਟਫਾਰਮ। ਮੈਂ ਤੁਹਾਡਾ ਆਪਣਾ ਰਵੀ ਸਰ। ਅੱਜ ਅਸੀਂ ਗੱਲ ਕਰਾਂਗੇ ਜੀ 11 ਜਨਵਰੀ ਦੇ ਕਰੰਟ ਅਫੇਅਰ। ਸਭ ਤੋਂ ਪਹਿਲਾ ਕੁਐਸਚਨ ਸਟਾਰਟ ਕਰੀਏ। ਇਹਦੇ ਵਿੱਚ ਕਿਹਾ ਗਿਆ ਜੀ ਜਿਹੜਾ ਗੋਲਡਨ ਗਲੋਬ ਅਵਾਰਡ ਹੈ ਇਹਦੇ ਵਿੱਚ ਬੈਸਟ ਐਕਟਰ ਅਵਾਰਡ ਕਿਹਨੂੰ ਦਿੱਤਾ ਗਿਆ। ਤਾਂ ਇਹਦਾ ਸਿੰਪਲ ਜੇ ਦੋ ਕੁਐਸਚਨ ਬਣਦੇ ਨੇ ਪੇਪਰ ਦੇ ਵਿੱਚ, ਇੱਕ ਤਾਂ ਬੈਸਟ ਐਕਟਰ ਦੇ ਵਿੱਚ, ਇੱਕ ਬੈਸਟ ਐਕਟਰਸ ਦੇ ਵਿੱਚ। ਠੀਕ ਹੈ ਜੀ, ਦੋਨੇ ਕੁਐਸਚਨ ਉਹਨਾਂ ਦੀ ਮੂਵੀ ਦੋਨੇ ਯਾਦ ਕਰਨੇ ਨੇ। ਠੀਕ ਹੈ ਜੀ, ਇਸ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਬੈਸਟ ਐਕਟਰ ਅਵਾਰਡ ਹੈ ਇਹ ਦਿੱਤਾ ਗਿਆ ਵਿਲ ਸਮਿਥ ਨੂੰ ਇਹਦੀ ਮੂਵੀ ਕਿੰਗ ਰਿਚਰਡਸ ਵਾਸਤੇ। ਉਸ ਤੋਂ ਬਾਅਦ ਬੈਸਟ ਐਕਟਰਸ ਦੇ ਵਿੱਚ ਜੇ ਪੁੱਛ ਲਵੇ ਤਾਂ ਉਹਨਾਂ ਦੇ ਹੈਗਾ ਨਾਮ ਨਿਕੋਲੀ ਕਿਡਮੈਨ ਦੀ ਉਹਨਾਂ ਦੀ ਆਪਣੀ ਜਿਹੜੀ ਮੂਵੀ ਸੀਗੀ ਜਿਨ੍ਹਾਂ ਵਾਸਤੇ ਅਵਾਰਡ ਦਿੱਤਾ ਗਿਆ ਉਹਨਾਂ ਦਾ ਨਾਮ ਸੀਗਾ ਬੀਇੰਗ ਦਾ ਰਿਕਾਰਡਰਸ। ਠੀਕ ਹੈ ਜੀ, ਆਹ ਦੋ ਕੁਐਸਚਨ ਯਾਦ ਕਰਨੇ ਨੇ। ਇਹ ਅਵਾਰਡ ਦਿੱਤਾ ਕਿਹਦੇ ਵੱਲੋਂ ਜਾਂਦਾ? USA ਦੇ ਕੈਲੀਫੋਰਨੀਆ ਦੇ ਵਿੱਚ ਇੱਕ ਪ੍ਰਾਈਵੇਟ ਕੰਪਨੀ ਜਿਹਨੂੰ ਆਪਾਂ ਕਹਿੰਦੇ ਹਾਲੀਵੁੱਡ ਫੋਰਨ ਪ੍ਰੈਸ ਐਸੋਸੀਏਸ਼ਨ। ਠੀਕ ਹੈ, ਇਹਨਾਂ ਦੇ ਵੱਲੋਂ ਦਿੱਤਾ ਜਾਂਦਾ ਇਹ ਅਵਾਰਡ। ਉਸ ਤੋਂ ਬਾਅਦ ਨੈਕਸਟ ਕੁਐਸਚਨ 'ਤੇ ਆਓ। ਦੇਖੋ ਜੀ, ਇੰਡੀਆ ਦੇ ਵਿੱਚ ਹੁਣ ਤੋਂ ਆਪਾਂ ਇਸ ਸਾਲ ਤੋਂ ਸਟਾਰਟ ਹੋ ਜਾਵੇਗਾ ਵੀਰ ਬਾਲ ਦਿਵਸ ਸਟਾਰਟ ਕੀਤਾ ਗਿਆ। ਇਹਨਾਂ ਦੀ ਅਨਾਊਂਸਮੈਂਟ ਕੀਤੀ ਹੈ ਪ੍ਰਾਈਮ ਮਿਨਿਸਟਰ ਆਫ ਇੰਡੀਆ। ਠੀਕ ਹੈ, 75 ਨੰਬਰ ਆਰਟੀਕਲ ਇੰਡੀਆ ਦੇ ਵਿੱਚ ਦੱਸਦਾ ਹੈ ਪ੍ਰਾਈਮ ਮਿਨਿਸਟਰ ਆਫ ਇੰਡੀਆ ਦੇ ਬਾਰੇ। ਉਸ ਤੋਂ ਬਾਅਦ ਇਹ ਦੱਸਣਾ ਜੀ ਇਹ ਅਨਾਊਂਸਮੈਂਟ ਕੀਤੀ ਗਈ ਕਿਹਨਾਂ ਨੂੰ ਵੇਖ ਕੇ। ਤਾਂ ਤੁਹਾਨੂੰ ਪਤਾ ਹੋਵੇਗਾ ਇਹਨਾਂ ਦਾ ਸਭ ਤੋਂ ਜ਼ਿਆਦਾ ਬੈਨੀਫਿਟ ਸੀ ਜਿਹੜਾ ਪੰਜਾਬ ਦੇ ਵਿੱਚ ਕਾਫੀ ਪੋਸਟਾਂ ਫੇਸਬੁੱਕ 'ਤੇ ਪੈਂਦੀਆਂ ਸੀ ਅਤੇ ਉਸ ਨੂੰ ਇੱਕ ਸਨਮਾਨਿਤ ਕੀਤਾ ਗਿਆ ਆਪਣੇ ਚਾਰ ਸਾਹਿਬਜ਼ਾਦੇ ਸਿੱਖ ਧਰਮ ਦੇ ਵਿੱਚ ਗੁਰੂ ਗੋਬਿੰਦ ਸਿੰਘ ਜਿਹੜੇ 10ਵੇਂ ਗੁਰੂ ਸੀਗੇ ਉਹਨਾਂ ਦੇ 4 ਬੇਟੇ ਸੀਗੇ ਜਿਨ੍ਹਾਂ ਨੂੰ 4 ਸਾਹਿਬਜ਼ਾਦੇ ਕਿਹਾ ਜਾਂਦਾ। ਇਹਨਾਂ ਦੀ ਸ਼ਹਾਦਤ ਨੂੰ ਸਨਮਾਨਿਤ ਕਰਨ ਵਾਸਤੇ ਜੀ ਆਪਾਂ ਇਹ ਵੀਰ ਬਾਲ ਦਿਵਸ ਮਨਾਇਆ ਕਰਾਂਗੇ। ਇਹਦੇ ਵਾਸਤੇ ਕਿਹੜੀ ਤਰੀਕ ਡਿਸਾਈਡ ਹੋਈ ਹੈ? ਤਾਂ ਇਹ ਜਿਹੜੀ ਤਰੀਕ ਡਿਸਾਈਡ ਹੋਈ ਹੈ ਨਾ ਇਹ ਹੋਈ ਹੈ 26 ਦਸੰਬਰ। ਠੀਕ ਹੈ, 26 ਦਸੰਬਰ ਨੂੰ 2022 ਤੋਂ ਮਨਾਉਣਾ ਸਟਾਰਟ ਕੀਤਾ ਜਾਵੇਗਾ। ਠੀਕ ਹੈ ਜੀ, ਇਹ 4 ਸਾਹਿਬਜ਼ਾਦੇ ਤੁਸੀਂ ਮੈਨੂੰ ਦੱਸੋ ਕਿਹੜੇ ਨੇ? 4 ਸਾਹਿਬਜ਼ਾਦਿਆਂ ਦੇ ਨਾਮ ਦੱਸੋ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ। ਦੋਨੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਹੋਈ ਸੀ ਚਮਕੌਰ ਬੈਟਲ ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਜਿਹੜੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਇਹਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਜਿਹੜੇ ਸੀਗੇ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਉਹਨਾਂ ਵੱਲੋਂ ਨੀਹਾਂ ਵਿੱਚ ਚਿਣਵਾਇਆ ਗਿਆ ਸੀਗਾ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਅਤੇ ਵਜ਼ੀਰ ਖਾਂ ਨੂੰ ਫਿਰ ਬਾਅਦ ਦੇ ਵਿੱਚ ਕਿਹਨਾਂ ਨੇ ਹਰਾਇਆ ਸੀਗਾ? ਵਜ਼ੀਰ ਖਾਂ ਨੂੰ ਮਾਰਿਆ ਸੀਗਾ ਜੀ ਬੰਦਾ ਸਿੰਘ ਬਹਾਦਰ ਨੇ। ਠੀਕ ਹੈ, ਬੰਦਾ ਸਿੰਘ ਬਹਾਦਰ ਨੇ ਇੱਕ ਉਸਮਾਨ ਖਾਨ ਨੂੰ ਵੀ ਮਾਰਿਆ ਸੀ, ਇੱਕ ਜਲਾਲੂਦੀਨ ਨੂੰ ਵੀ ਮਾਰਿਆ ਸੀਗਾ। 3 ਬੰਦਿਆਂ ਨੂੰ ਮਾਰਿਆ ਸੀਗਾ ਬੰਦਾ ਸਿੰਘ ਬਹਾਦਰ ਨੇ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਆਈ ਹੋਪ ਕਿ ਤੁਹਾਨੂੰ ਇਹਨਾਂ ਦੇ ਬਾਰੇ ਸਮਝ ਆ ਗਿਆ ਹੋਣਾ ਵੀਰ ਬਾਲ ਦਿਵਸ ਦੇ ਬਾਰੇ। ਅਤੇ ਨੈਕਸਟ ਕੁਐਸਚਨ ਦੇ ਉੱਪਰ ਚੱਲਦੇ ਹਾਂ। ਦੇਖੋ ਜੀ, ਲੈਜੈਂਡ ਕ੍ਰਿਕਟ ਲੀਗ ਹੁੰਦੀ ਹੈ ਇੱਕ, ਇਹ ਲੀਗ ਹੁੰਦੀ ਹੈ ਸੇਮ IPL ਜਿਵੇਂ IPL ਤੋਂ ਹੁੰਦੀ, ਜਿਹਦੇ ਵਿੱਚ ਸਾਰੇ ਪਲੇਅਰ ਭਾਵੇਂ ਉਹ ਹੁਣ ਡਿਬਿਊਟ ਕੀਤਾ ਭਾਵੇਂ ਉਹ ਰਿਟਾਇਰ ਨਹੀਂ ਸਾਰੇ ਖੇਲ ਸਕਦੇ ਨੇ। ਪਰ ਜਿਹੜੇ ਲੈਜੈਂਡ ਕ੍ਰਿਕਟ ਲੀਗ ਹੈ ਇਹ ਸਿਰਫ ਖੇਲ ਸਕਦੇ ਨੇ ਰਿਟਾਇਰ ਕ੍ਰਿਕੇਟਰ ਵਾਸਤੇ ਇਹ ਜਿਹੜੀ ਹੁੰਦੀ ਹੈ ਲੀਗ। ਇਹਨਾਂ ਦੇ ਵਿੱਚ ਨਾ ਆਲ ਇੰਡੀਆ ਚੈਂਪੀਅਨਸ਼ਿਪ ਜਿਹੜੀ ਆਲ ਇੰਡੀਆ ਵੂਮੈਨ ਜਿਹੜੀ ਓਫੀਸ਼ੀਅਲ ਸਟਰੀਮ ਹੈ ਉਹਨੂੰ ਰਿਪ੍ਰਜੈਂਟ ਕਰਨ ਵਾਸਤੇ ਵੂਮੈਨ ਇੰਪਾਵਰਮੈਂਟ ਨੂੰ ਵੂਮੈਨ ਦੀ ਸਸ਼ਕਤੀਕਰਨ ਕਰਨ ਵਾਸਤੇ ਜੂਲਨ ਗੋਸਵਾਮੀ ਜਿਹੜੇ ਨੇ ਉਹਨਾਂ ਨੂੰ ਐਜ਼ ਏ ਅੰਬੈਸਡਰ ਬਣਾਇਆ ਗਿਆ। ਠੀਕ ਹੈ, ਅੰਬੈਸਡਰ ਬਣਾਇਆ ਗਿਆ, ਇਹ ਤੁਸੀਂ ਯਾਦ ਰੱਖਣਾ। 10,000 ਜਿਹੜੇ ਇੰਡੀਆ ਦੇ 10,000 ਰਨ ਪੂਰੇ ਕਰਨ ਵਾਲੇ ਕੌਣ ਸੀ ਆਪਣੀ ਲੜਕੀ ਹੈ ਉਹਨਾਂ ਦਾ ਨਾਮ ਹੈ ਮਿਥਾਲੀ ਰਾਜ, ਕੈਪਟਨ ਵੀ ਨੇ ਇੰਡੀਆ ਦੇ। ਠੀਕ ਹੈ, ਅਤੇ ਉਸ ਤੋਂ ਬਾਅਦ ਤੁਸੀਂ ਯਾਦ ਰੱਖਣਾ ਸਮ੍ਰਿਤੀ ਮੰਧਾਨਾ। ਇਹਨਾਂ ਨੇ ਪਿੰਕ ਬਾਲ ਦੇ ਨਾਲ ਸ਼ਤਕ ਲਗਾਉਣ ਵਾਲੀ ਪਹਿਲੀ ਲੜਕੀ ਬਣੀ ਹੈ ਸਮ੍ਰਿਤੀ ਮੰਧਾਨਾ। ਠੀਕ ਹੈ ਜੀ, ਇਹ ਵੀ ਇੰਡੀਅਨ ਕ੍ਰਿਕਟ ਟੀਮ ਦੇ ਵਿੱਚ। ਅਤੇ ਇੱਕ ਸ਼ਿਫਾਲੀ ਵਰਮਾ ਦਾ ਨਾਮ ਤੁਸੀਂ ਯਾਦ ਰੱਖੋ। ਸ਼ਿਫਾਲੀ ਵਰਮਾ ਦਾ ਨਾਮ ਇਸ ਵਾਸਤੇ ਯਾਦ ਰੱਖੋ ਇੰਡੀਆ ਦੀ ਸਭ ਤੋਂ ਯੰਗੈਸਟ ਕ੍ਰਿਕੇਟਰ ਹੈ ਅਤੇ ਤਿੰਨੇ ਫਾਰਮੈਟ 50-50, 20-20 ਅਤੇ ਟੈਸਟ ਕ੍ਰਿਕਟ ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀਗਾ ਡਿਬਿਊਟ ਕੀਤਾ, ਮਤਲਬ ਪਰਦਾਪਣ ਕਰਨ, ਇਹਨੂੰ ਆਪਾਂ ਕਹਿੰਦੇ ਵੀ ਆਉਣਾ ਪਹਿਲੇ ਫਸਟ ਟਾਈਮ ਖੇਲਣਾ। ਠੀਕ ਹੈ, ਅਤੇ ਇੰਡੀਆ ਦੀ ਸਭ ਤੋਂ ਯੰਗੈਸਟ ਕ੍ਰਿਕੇਟਰ ਨੇ। ਇਹਨਾਂ ਨੂੰ ਬੜੌਦਾ ਬੈਂਕ ਦਾ ਕੀ ਬਣਾਇਆ ਗਿਆ? ਬ੍ਰਾਂਡ ਅੰਬੈਸਡਰ ਬਣਾਇਆ ਗਿਆ, ਇਹ ਵੀ ਤੁਸੀਂ ਯਾਦ ਰੱਖਣਾ। ਆਈ ਹੋਪ ਕਿ ਤੁਹਾਨੂੰ ਮੈਂ ਸਾਰਾ ਦੱਸ ਦਿੱਤਾ। ਜਿਹੜੀ ਲੈਜੈਂਡ ਲੀਗ ਹੋਈ ਸੀ ਉਹ ਓਮਾਨ ਦੇ ਵਿੱਚ ਹੋਈ ਸੀ। ਓਮਾਨ ਅਤੇ UAE ਦੇ ਵਿੱਚ ਹੁਣੀ ਫਾਈਨਲ ਹੋਇਆ ਸੀ ਕਾਹਦਾ? T20 ਦਾ। T20 ਕ੍ਰਿਕਟ ਮੈਚ ਜਿਹੜੇ ਹੋਏ ਸੀ ਆਸਟ੍ਰੇਲੀਆ ਨੇ ਉਹਨੂੰ ਨਿਊਜ਼ੀਲੈਂਡ ਨੂੰ ਹਰਾਇਆ ਸੀਗਾ, ਇਹ ਤੁਸੀਂ ਯਾਦ ਰੱਖਣਾ। ਹੁਣ ਨੈਕਸਟ ਜਿਹੜੇ T20 ਵਰਲਡ ਜਿਹੜੇ ਕੱਪ ਹੋਣਾ ਉਹ ਕਿੱਥੇ ਹੋਣਾ? ਵੈਸਟ ਇੰਡੀਜ਼ ਦੇ ਵਿੱਚ ਹੋਣਾ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਵੈਸਟ ਇੰਡੀਜ਼ ਅਤੇ USA ਦੀ
ਟੀਮਾਂ ਮਿਲ ਕੇ ਕਰਾਉਣਗੀਆਂ, ਠੀਕ ਹੈ ਜੀ। ਅਤੇ ਏਸ਼ੀਆ ਕੱਪ ਜਿਹੜਾ ਏਸ਼ੀਅਨ ਚੈਂਪੀਅਨਸ ਟਰੋਫੀ ਹੈ, ਚੈਂਪੀਅਨਸ ਟਰੋਫੀ ICC ਚੈਂਪੀਅਨਸ ਟਰੋਫੀ, ਇਹ ਹੋਣੀ ਹੈ 2025 ਦੇ ਵਿੱਚ। ਪਾਕਿਸਤਾਨ ਇਹਦੀ ਹੋਸਟ ਕਰੂਗਾ ਇਸ ਨੂੰ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਆਈ ਹੋਪ ਕਿ ਤੁਹਾਨੂੰ ਇਸ ਤੋਂ ਰਿਲੇਟਡ ਸਾਰੇ ਮੈਨੂੰ ਕੁਐਸਚਨ ਤੁਹਾਨੂੰ ਮੈਂ ਦੱਸ ਹੀ ਦਿੱਤੇ ਨੇ। ਕਈ ਵਾਰ ਪੇਪਰ 'ਚ ਆਉਂਦਾ ਕਿ ਸਮ੍ਰਿਤੀ ਮੰਧਾਨਾ ਦਾ ਕੁਐਸਚਨ ਕਿ ਬਿਗ ਬੈਸ਼ ਦੇ ਵਿੱਚ ਸ਼ਤਕ ਲਗਾਉਣ ਵਾਲੀ ਪਹਿਲੀ ਲੜਕੀ ਸਮ੍ਰਿਤੀ ਮੰਧਾਨਾ, ਠੀਕ ਹੈ। ਇਹ ਵੀ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਆ ਜਾਂਦਾ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ ਇਨਕਰੀਜ਼ ਕੀਤੀ ਹੈ, ਐਕਸਟੈਂਸ਼ਨ ਕੀਤੀ ਹੈ, ਫੰਡ ਰਿਸੀਵ ਕਰ ਸਕਦੀ ਹੈ ਨੋਨ ਬੈਂਕਿੰਗ ਫਾਈਨੈਂਸ਼ੀਅਲ ਜਿਹੜੇ ਛੋਟੇ ਬੈਂਕ ਹੁੰਦੇ ਨੇ, ਅਤੇ ਉਹਨਾਂ ਦੀ ਜਿਹੜੀ ਲਿਮਿਟ ਹੈ ਉਹ ਵਧਾ ਦਿੱਤੀ ਹੈ 5 ਕਰੋੜ ਤੋਂ ਕਿੰਨਾ ਕਰ ਦਿੱਤੀ ਹੈ 7.5 ਕਰੋੜ ਰੁਪਏ, 7.5 ਕਰੋੜ ਕੀਤੀ ਗਈ ਹੈ। ਇਹ ਕਿਹਦੇ ਵਿੱਚ ਸੁਧਾਰ ਕੀਤਾ ਗਿਆ? ਲਿਕੁਇਡਿਟੀ ਰੇਸ਼ੋ ਹੁੰਦੀ ਹੈ, ਇਹ ਸੈੱਟ ਕੀਤੀ ਜਾਂਦੀ ਹੈ ਬੈਸਲ ਕਮੇਟੀ ਜਾਂ ਇਹਨੂੰ ਬੈਸਲ ਰਿਫਾਰਮਸ ਵੀ ਕਹਿ ਦਿੰਦੇ ਹਾਂ। ਇਹ ਬੈਂਕਾਂ ਦੇ ਸੁਧਾਰਨ ਵਾਸਤੇ ਲਿਕੁਇਡਿਟੀ ਹੁੰਦਾ ਪੈਸਾ, ਤਰਲਤਾ ਜਿਹਨੂੰ ਕਹਿੰਦੇ ਮਾਰਕੀਟ ਦੇ ਵਿੱਚ। ਤਾਂ ਇਹ ਤੁਹਾਨੂੰ ਨੋਨ ਬੈਂਕਿੰਗ ਫਾਈਨੈਂਸ਼ੀਅਲ ਜਿਹੜੇ ਇੰਸਟੀਟਿਊਟ ਹੁੰਦੇ ਨੇ, ਇਹ 5 ਕਰੋੜ ਪਹਿਲਾਂ ਦੀ ਲੈਣ ਦੇਣ ਕਰ ਸਕਦੇ ਸੀ, ਪਰ ਹੁਣ ਇਹ 7.5 ਕਰੋੜ ਇਹਦੀ ਲਿਮਿਟ ਕਰ ਦਿੱਤੀ ਗਈ ਹੈ। ਰਿਜ਼ਰਵ ਬੈਂਕ ਆਫ ਇੰਡੀਆ ਨੇ ਕੀਤਾ ਹੈ। ਰਿਜ਼ਰਵ ਬੈਂਕ ਆਫ ਇੰਡੀਆ ਦਾ ਸੈਂਟਰਲ ਬੈਂਕ ਹੈ, ਠੀਕ ਹੈ ਜੀ। ਇੱਕ ਇਹਨਾਂ ਦੀ ਸੀਲ ਯਾਦ ਰੱਖਿਓ ਜ਼ਰੂਰ। ਇੱਕ ਇਹਨਾਂ ਦਾ ਪਾਮ ਟਰੀ ਹੁੰਦਾ, ਪਾਮ ਟਰੀ ਦੇ ਉੱਪਰ ਇੱਕ ਟਾਈਗਰ ਹੁੰਦਾ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ। ਅਤੇ ਉਸ ਤੋਂ ਬਾਅਦ ਇਹਨਾਂ ਦੇ ਹੁਣ ਇਹਨਾਂ ਦੇ ਗਵਰਨਰ ਕੌਣ ਨੇ? ਇਹ ਆਪਣੇ ਕੌਣ ਨੇ? ਸ਼ਕਤੀਕਾਂਤਾ ਦਾਸ 25ਵੇਂ ਨੰਬਰ 'ਤੇ। ਤੁਹਾਨੂੰ ਪਤਾ ਹੈ ਜਿਹੜਾ ਰਿਜ਼ਰਵ ਬੈਂਕ ਆਫ ਇੰਡੀਆ ਮਹਿੰਗਾਈ ਨੂੰ ਕੰਟਰੋਲ ਕਰਨ ਵਾਸਤੇ ਕੀ ਜਾਰੀ ਕਰਦਾ? ਮੋਨੇਟਰੀ ਪੋਲਿਸੀ ਦੇ ਵਿੱਚ ਕਿੰਨੇ ਮੈਂਬਰ ਹੁੰਦੇ ਨੇ? 6 ਮੈਂਬਰ। ਇਹ ਜ਼ਰੂਰ ਕੁਐਸਚਨ ਪੇਪਰ 'ਚ ਯਾਦ ਆਊਗਾ, ਇਹ ਯਾਦ ਰੱਖਣਾ ਤੁਸੀਂ। ਉਸ ਤੋਂ ਬਾਅਦ ਨੈਕਸਟ ਕੁਐਸਚਨ 'ਤੇ ਆਓ। ਵਿਚ 2 ਕੰਟਰੀ ਹੈਜ਼ ਟੂ ਸਾਈਨ ਦਾ ਡਿਫੈਂਸ ਐਗਰੀਮੈਂਟ ਟੂ ਰਿਬਕ ਦਾ ਚਾਈਨਾ ਗਰੋਇੰਗ ਅਜ਼ਰਟਿਵ ਇਨ ਦੀ ਇੰਡੋ ਪੈਸੀਫਿਕ ਓਸ਼ਨ। ਤੁਹਾਨੂੰ ਪਤਾ ਹੈ ਪੈਸੀਫਿਕ ਜਿਹੜਾ ਪ੍ਰਸ਼ਾਂਤ ਮਹਾਸਾਗਰ ਹੈ, ਇਹਦੇ ਵਿੱਚ ਇੱਕ ਛੋਟਾ ਜਿਹਾ ਸਾਗਰ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਸਾਊਥ ਚਾਈਨਾ ਸੀ ਦੇ ਵਿੱਚ ਚਾਈਨਾ ਦੀ ਗਤੀਵਿਧੀਆਂ ਨੂੰ ਰੋਕਣ ਵਾਸਤੇ ਇੱਕ ਗਰੁੱਪ ਬਣਿਆ ਸੀ, ਜਿਹਦਾ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ, ਕੁਆਡ ਗਰੁੱਪ ਦੇ ਵਿੱਚ 4 ਮੈਂਬਰ ਨੇ, ਜਿਹਦੇ ਵਿੱਚ 2 ਮੈਂਬਰ ਨੇ ਆਪਸ ਦੇ ਵਿੱਚ ਹੀ ਕੀ ਕਰ ਲਿਆ? ਡਿਫੈਂਸ ਡੀਲ ਐਗਰੀਮੈਂਟ ਕਰ ਲਿੱਤੀ ਹੈ। ਉਹ ਦੇਸ਼ ਹੈਗੇ ਨੇ ਆਸਟ੍ਰੇਲੀਆ ਅਤੇ ਜਾਪਾਨ। ਜਿਹੜੇ ਆਸਟ੍ਰੇਲੀਆ ਦੇ ਸਕੌਟ ਮੋਰਿਸਨ ਪ੍ਰਧਾਨ ਮੰਤਰੀ ਨੇ, ਅਤੇ ਜਾਪਾਨ ਦੇ ਤਾਂ ਨਵੇਂ ਹੀ ਬਣੇ ਨੇ ਹੁਣ, ਠੀਕ ਹੈ। ਇਹਨਾਂ ਦੇ ਹੈਗੇ ਸੀ ਫੂਮੀਓ ਕਿਸ਼ਿੰਦਾ ਦਾ ਨਾਮ ਜ਼ਰੂਰ ਯਾਦ ਰੱਖਣਾ, ਪੇਪਰ 'ਚ ਆ ਸਕਦਾ ਤੁਹਾਨੂੰ। ਇੱਕ ਦੋਨਾਂ ਦੀ ਕੈਪੀਟਲ ਆ ਸਕਦੀ ਹੈ, ਆਸਟ੍ਰੇਲੀਆ ਦੀ ਕੈਨਬਰਾ, ਜਾਪਾਨ ਦੀ ਕਿਹੜੀ ਹੈ ਜੀ? ਟੋਕੀਓ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਜਾਪਾਨ ਦੇ ਵਿੱਚ ਸਭ ਤੋਂ ਜ਼ਿਆਦਾ ਭੂਕੰਪ ਆਉਂਦੇ ਨੇ, ਅਰਥਕੁਏਕ ਸਭ ਤੋਂ ਜ਼ਿਆਦਾ ਆਉਂਦੇ ਨੇ। ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਸਭ ਤੋਂ ਜ਼ਿਆਦਾ ਕੀ ਹੁੰਦੇ ਨੇ? ਅਰਥਕੁਏਕ ਹੁੰਦੇ ਨੇ। ਇੱਥੇ ਇੱਕ ਇਹਦੇ ਕਰਕੇ ਇਹਨੂੰ ਸਪੈਸ਼ਲ ਕੀ ਕਹਿੰਦਾ? ਰਿੰਗ ਆਫ ਫੈਂਸ ਕਿਹਦੇ ਵਿੱਚ ਬਣਿਆ ਹੈ? ਪ੍ਰਸ਼ਾਂਤ ਮਹਾਸਾਗਰ ਦੇ ਵਿੱਚ। ਇਹ ਵੀ ਯਾਦ ਰੱਖਣਾ। ਕੁਆਡ ਗਰੁੱਪ ਦੇ ਵਿੱਚ 4 ਕਿਹੜੇ ਨੇ ਜਿਹੜੇ ਦੇਸ਼ ਨੇ? ਕੁਆਡ ਗਰੁੱਪ ਦੇ ਵਿੱਚ ਆਸਟ੍ਰੇਲੀਆ ਹੋ ਗਿਆ, ਜਾਪਾਨ ਹੋ ਗਿਆ, USA ਹੋ ਗਿਆ, ਇੰਡੀਆ ਹੋ ਗਿਆ, ਠੀਕ ਹੈ। ਇੰਡੀਆ, ਜਾਪਾਨ ਅਤੇ USA ਮਿਲ ਕੇ ਕਿਹੜੀ ਐਕਸਰਸਾਈਜ਼ ਕਰਦੇ ਨੇ? ਮਾਲਾਬਾਰ ਐਕਸਰਸਾਈਜ਼, ਠੀਕ ਹੈ। ਕੇਰਲਾ ਦੇ ਤੱਟ ਦੇ ਉੱਪਰ ਮਾਲਾਬਾਰ ਐਕਸਰਸਾਈਜ਼। ਨੈਕਸਟ ਕੁਐਸਚਨ 'ਤੇ ਆਓ। ਹੂ ਵਿਲ ਬੀ ਹੈਡ ਆਫ ਦਾ ਕਮੇਟੀ ਆਫ ਦਾ ਕੌਂਸਟੀਟਿਊਟ ਟੂ ਮਿਨਿਸਟਰੀ ਆਫ ਹੋਮ ਅਫੇਅਰਸ ਇੰਸ਼ੋਰ ਟੂ ਸੀਰੀਅਸ ਲੈਪਸਿਸ ਇਨ ਦੀ ਸਿਕਿਉਰਿਟੀ ਆਫ ਦਾ ਪ੍ਰਾਈਮ ਮਿਨਿਸਟਰ ਦੀ ਰੈਲੀ ਹੋਣੀ ਸੀ, ਤੁਹਾਨੂੰ ਪਤਾ ਜੀ, ਫਿਰੋਜ਼ਪੁਰ ਦੇ ਵਿੱਚ, ਜਿਹੜੀ ਕਿ ਕੈਂਸਲ ਹੋ ਚੁੱਕੀ ਹੈ। ਅਤੇ ਬਾਕਾਇਦਾ ਇਹ ਵੀ ਹੋਇਆ ਕਿ ਬਠਿੰਡਾ ਦੇ ਵਿੱਚ ਉਹਨਾਂ ਦੇ ਸਿਕਿਉਰਿਟੀ ਲੈਪਸਿਸ ਹੋ ਗਏ ਨੇ। ਸਿਕਿਉਰਿਟੀ ਲੈਪਸਿਸ ਹੋਣ ਦੇ ਕਾਰਨ ਉਹਨਾਂ ਦੀ ਚੈਕਿੰਗ ਵਾਸਤੇ ਹੋਮ ਮਿਨਿਸਟਰ ਨੇ ਅਮਿਤ ਸ਼ਾਹ ਜੀ ਨੇ, ਉਹਨਾਂ ਨੇ ਇੱਕ ਕਮੇਟੀ ਦਾ ਗਠਨ ਕੀਤਾ। ਉਸ ਗਠਨ ਦੇ ਵਿੱਚ 3 ਮੈਂਬਰ ਕਮੇਟੀ ਹੈ, ਜੋ ਕਿ ਕਿਹਦੀ ਅਧਿਕਸ਼ਤਾ ਦੇ ਵਿੱਚ ਕੀਤੀ ਜਾਊਗੀ? ਸੁਧੀਰ ਕੁਮਾਰ ਸਕਸੇਨਾ ਇਹਨਾਂ ਦੀ ਵਿੱਚ ਹੋਣਗੇ। ਇਹ 3 ਮੈਂਬਰ ਦੇ ਵਿੱਚ ਕਿਹੜੇ ਨੇ? ਸੁਧੀਰ ਕੁਮਾਰ ਨੇ, ਇੱਕ ਬਲਬੀਰ ਸਿੰਘ ਜੀ ਨੇ, ਠੀਕ ਹੈ ਜੀ, ਅਤੇ IB ਦੇ ਚੀਫ ਨੇ, ਅਤੇ ਇੱਕ ਸੁਰੇਸ਼ ਕੁਮਾਰ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਇਹ ਤਿੰਨੋਂ ਇਹ ਸਿਕਿਉਰਿਟੀ ਲੈਪਸਿਸ ਨੂੰ ਚੈੱਕ ਕਰਨਗੇ। ਅਤੇ ਪੰਜਾਬ ਸਰਕਾਰ ਨੇ ਵੀ ਇੱਕ ਕਮੇਟੀ ਗਠਨ ਕੀਤੀ ਹੈ ਮਹਿਤਾਬ ਸਿੰਘ ਗਿੱਲ ਦੇ ਅੰਡਰ, ਠੀਕ ਹੈ, ਸੀਨੀਅਰ ਆਫਿਸਰ ਦੇ ਅੰਡਰ ਇਹ ਕਮੇਟੀ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਨੂੰ ਚੈੱਕ ਕਰਨ ਵਾਸਤੇ ਕੀਤੀ ਹੈ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਹੈ ਜੀ ਲੋਸਾਂਗ ਅਤੇ ਨਾਮਸੋਂਗ, ਇਹ ਜਿਹੜੇ ਸੈਲੀਬ੍ਰੇਟ ਕੀਤੇ ਜਾਂਦੇ ਨੇ ਹੈਪੀ ਨਿਊ ਈਅਰ ਹੈ। ਇਹ ਨਿਊ ਈਅਰ ਹੈ, ਤਿੱਬਤਨ ਲੈਂਗੁਏਜ ਦੇ ਵਿੱਚ ਇਹਨਾਂ ਨੂੰ ਲੋਸਾਂਗ ਅਤੇ ਨਾਮਸੋਂਗ ਕਿਹਾ ਜਾਂਦਾ ਹੈ। ਇਹ ਕਿਹੜੀ ਸਟੇਟ ਦੇ ਵਿੱਚ ਸੈਲੀਬ੍ਰੇਟ ਕੀਤਾ ਗਿਆ, ਅਤੇ ਇਹ ਕਿਸ ਦਿਨ ਨੂੰ ਮਨਾਇਆ ਜਾਂਦਾ ਹੈ? ਅਤੇ ਇਹ ਵੀ ਤੁਸੀਂ ਯਾਦ ਰੱਖਣਾ। 18ਵਾਂ ਦਿਨ ਹੁੰਦਾ ਹੈ 10ਵੇਂ ਮਹੀਨੇ ਦਾ ਤਿੱਬਤਨ ਲੂਨਰ ਕੈਲੰਡਰ, ਠੀਕ ਹੈ, ਉਹਦੇ ਵਿੱਚ। ਤਾਂ ਇਹ ਸਪੈਸ਼ਲੀ ਜਿਹੜਾ ਤਿੱਬਤ ਦੇ ਨਾਲ ਜਿਹੜਾ ਟੱਚ ਕਰਦਾ ਸਿੱਕਿਮ ਸਟੇਟ, ਜਿਹੜੀ ਸਭ ਤੋਂ ਆਪਣੀ ਪੋਪੂਲੇਸ਼ਨ ਵਾਈਜ਼ ਸਭ ਤੋਂ ਛੋਟੀ ਹੈ, ਨਾਲੇ ਓਪਨ ਡੈਫੀਕੇਸ਼ਨ ਸਟੇਟ ਸਭ ਤੋਂ ਪਹਿਲੀ ਬਣਨ ਵਾਲੀ ਕਿਹੜੀ ਸੀ? ਸਿੱਕਿਮ ਹੀ ਸੀਗੀ, ਤੁਸੀਂ ਯਾਦ ਰੱਖਣਾ। ਅਤੇ ਇੱਥੇ 2 ਨਾਮ ਕਿਉਂ ਨੇ? 2 ਨਾਮ ਇਸ ਕਰਕੇ ਨੇ, ਜਿਹੜਾ ਲੋਸਾਂਗ ਹੈ ਇਹ ਭੂਤੀਆ ਜਿਹੜੇ ਇਹਨਾਂ ਦੀ ਪ੍ਰਜਾਤੀ ਰਹਿੰਦੀ ਹੈ ਉਹ ਮਨਾਉਂਦੇ ਨੇ, ਉਹ ਇਸ ਨੂੰ ਕਹਿੰਦੇ ਨੇ। ਨਾਮਸੋਂਗ ਕਹਿੰਦੇ ਨੇ ਲੈਪਚਾ ਪ੍ਰਜਾਤੀ ਦੇ, ਲੈਪਚਾ ਜਿਹੜੇ ਟਰਾਈਬਲਸ ਲੋਕ ਰਹਿੰਦੇ ਨੇ ਉਹ ਕਹਿੰਦੇ ਨੇ। ਦੋਨਾਂ ਦਾ ਕੰਮ ਇੱਕੋ ਹੀ ਹੈ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ, ਨਾਮ ਸੇਮ ਹੈ।
ਠੀਕ ਹੈ ਜੀ, ਇਹ ਤੁਸੀਂ ਯਾਦ ਰੱਖ। ਕਈ ਵਾਰ ਪੇਪਰ 'ਚ ਪੁੱਛ ਲੈਂਦਾ ਚੁੰਬੀ ਘਾਟੀ ਕਿੱਥੇ ਹੈ, ਚੁੰਬੀ ਘਾਟੀ ਜਾਂ ਚੁੰਬੀ ਵੈਲੀ ਪੁੱਛ ਲਵੇ ਤਾਂ ਸਿੱਕਿਮ ਦੇ ਵਿੱਚ ਹੈ। ਕੰਚਨਜੰਗਾ ਜਿਹੜਾ ਕਿ ਬਾਇਓਸਫੀਅਰ ਵੀ ਹੈ, ਨੈਸ਼ਨਲ ਪਾਰਕ ਵੀ ਹੈ ਅਤੇ ਯੂਨੈਸਕੋ ਹੈਰੀਟੇਜ ਸਾਈਟ ਵੀ ਹੈ, ਅਤੇ ਇੰਡੀਆ ਦੀ ਸਭ ਤੋਂ ਉੱਚੀ ਪੀਕ ਵੀ ਹੈ, ਠੀਕ ਹੈ, ਹਿਮਾਲਿਆ ਦੇ ਵਿੱਚ ਸੈਕਿੰਡ ਨੰਬਰ 'ਤੇ। ਇਹ ਵੀ ਤੁਸੀਂ ਯਾਦ ਰੱਖਣਾ। ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ। ਉਸ ਤੋਂ ਬਾਅਦ ਨਾਗਾਲੈਂਡ ਦਾ ਨੈਸ਼ਨਲ ਪਾਰਕ ਪੁੱਛ ਲੈਂਦੇ ਨੇ, ਇਟਾਂਕੀ ਨੈਸ਼ਨਲ ਪਾਰਕ। ਇਟਾਂਕੀ ਨੈਸ਼ਨਲ ਪਾਰਕ ਪੇਪਰ 'ਚ ਪੁੱਛ ਸਕਦੇ ਆ। ਮੇਘਾਲਿਆ ਦਾ ਨੋਕਰੇਕ ਇਹ ਪੁੱਛ ਸਕਦੇ ਆ। ਬਾਇਓਸਫੀਅਰ ਵੀ ਹੈ, ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ 'ਤੇ ਆਓ। ਦੀ ਗੌਰਮੈਂਟ ਆਫ ਇੰਡੀਆ ਐਕਸਟੈਂਡਡ ਦਾ ਟੈਨਿਓਰ। ਨਵਰਾਗ ਸੈਣੀ ਦੀ ਟੈਨਿਓਰ ਵਧਾ ਦਿੱਤੀ ਗਈ ਹੈ, ਮਤਲਬ ਉਹਨਾਂ ਦਾ ਟਾਈਮ ਪੀਰੀਅਡ, ਜਿਹੜਾ ਕਿ ਇੱਕ ਬੋਰਡ ਸੀਗਾ ਕਿਹੜਾ, ਇੰਸੋਲਵੈਂਸੀ ਬੈਂਕਰਪਸੀ ਬੋਰਡ ਜਿਹੜਾ ਇੰਡੀਆ ਦਾ, ਜਿਹਦਾ ਹੈੱਡਕੁਆਟਰ ਨਿਊ ਦਿੱਲੀ ਦੇ ਵਿੱਚ ਹੈ। ਇਹਦਾ ਕੀ ਕੰਮ ਹੈ ਇੰਡੀਆ ਦੇ ਵਿੱਚ, ਜਿਹੜਾ NPA ਹੈ, ਉਹ NPA ਹੈ। NPA ਦਾ ਮਤਲਬ ਹੁੰਦਾ ਜਿਹੜਾ ਬੈਂਕਾਂ ਵੱਲੋਂ ਦਿੱਤਾ ਜਾਂਦਾ ਲੋਨ, ਉਸ ਕਦੇ ਵਾਪਸ ਨਾ ਆਵੇ, ਉਹਨੂੰ ਆਪਾਂ ਕਿਹਦੀ ਕੈਟੇਗਰੀ ਦੇ ਵਿੱਚ ਪਾ ਦਿੰਦੇ ਹਾਂ, NPA। ਉਹਨੂੰ NPA ਕਹਿੰਦੇ। NPA ਦੀ ਫੁੱਲ ਫਾਰਮ ਨੋਨ ਪਰਫਾਰਮਿੰਗ ਐਸੈਟਸ, ਠੀਕ ਹੈ। ਇਹਨਾਂ ਦੇ ਜਿਹੜੇ ਨਵਰਾਗ ਸੈਣੀ ਦੀ ਟਰਮ ਵਧਾਈ ਗਈ ਹੈ ਕਿੰਨੇ ਮੰਥ, ਤਾਂ ਇਹ ਵਧਾਈ ਗਈ 3 ਮੰਥ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। 2016 ਦੇ ਵਿੱਚ ਪਾਰਲੀਮੈਂਟ ਦੇ ਵੱਲੋਂ ਇਹ ਬੋਰਡ ਬਣਾਇਆ ਗਿਆ ਸੀਗਾ, ਇਹ ਤੁਸੀਂ ਯਾਦ ਰੱਖਣਾ, ਠੀਕ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਨੈਕਸਟ ਕੁਐਸਚਨ 'ਤੇ ਆਈਏ। ਨੈਕਸਟ ਕੁਐਸਚਨ ਹੈ ਜੀ ਵਰਲਡ ਹਿੰਦੀ ਦਿਵਸ। ਵਰਲਡ ਹਿੰਦੀ ਦਿਵਸ ਜਨਵਰੀ ਦੇ ਕਿਹੜੇ ਦਿਨ ਨੂੰ ਮਨਾਇਆ ਜਾਂਦਾ ਹੈ? 2006 ਦੇ ਵਿੱਚ ਇਹਨੂੰ ਹਿੰਦੀ ਨੂੰ ਪ੍ਰਮੋਟ ਕਰਨ ਵਾਸਤੇ ਪੂਰੇ ਵਰਲਡ ਦੇ ਵਿੱਚ ਆਪਾਂ ਸਟਾਰਟ ਕੀਤਾ ਸੀਗਾ, ਤਾਂ ਇਹ ਮਨਾਇਆ ਜਾਂਦਾ ਜੀ 10 ਜਨਵਰੀ ਨੂੰ। 10 ਜਨਵਰੀ ਨੂੰ ਮਨਾਇਆ ਜਾਂਦਾ। ਅਤੇ ਆਪਣੇ ਇੰਡੀਆ ਦੇ ਨੈਸ਼ਨਲ ਜਿਹੜਾ ਹਿੰਦੀ ਦਿਵਸ ਕਦੋਂ ਮਨਾਇਆ ਜਾਂਦਾ, ਤਾਂ ਉਹ ਹੈ 26 ਸਤੰਬਰ ਨੂੰ। 26 ਸਤੰਬਰ ਨੂੰ। ਇਸੇ ਤਰ੍ਹਾਂ ਜਨਵਰੀ ਦੇ ਹੋਰ ਵੀ ਦਿਨ ਯਾਦ ਰੱਖ ਲਓ। ਜਨਵਰੀ ਦੇ ਜਿਵੇਂ 4 ਜਨਵਰੀ ਸੀਗਾ ਬਰੇਲੀ ਲਿਪੀ ਵਾਲਾ ਡੇ ਮਨਾਇਆ ਜਾਂਦਾ ਹੈ, ਠੀਕ ਹੈ। ਅਤੇ ਉਸ ਤੋਂ ਬਾਅਦ ਆਪਾਂ 9 ਜਨਵਰੀ ਨੂੰ NRI ਡੇ ਮਨਾਉਂਦੇ ਹਾਂ, ਪ੍ਰਵਾਸੀ ਭਾਰਤੀ ਦਿਵਸ। ਗਾਂਧੀ ਜੀ ਵਾਪਸ ਆਏ ਸੀ ਸਾਊਥ ਅਫਰੀਕਾ ਤੋਂ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। 1915 ਦੇ ਵਿੱਚ ਵਾਪਸ ਆਏ ਸੀ। ਉਸ ਤੋਂ ਬਾਅਦ ਤੁਸੀਂ ਯਾਦ ਰੱਖਣਾ ਇੱਕ ਕੁਐਸਚਨ 12 ਜਨਵਰੀ ਦਾ ਵੀ ਨੈਸ਼ਨਲ ਯੂਥ ਡੇ ਮਨਾਇਆ ਜਾਂਦਾ ਸਵਾਮੀ ਵਿਵੇਕਾਨੰਦ ਜੀ ਦੇ ਨਾਮ 'ਤੇ, ਠੀਕ ਹੈ। ਅਤੇ ਉਸ ਤੋਂ ਬਾਅਦ 15 ਜਨਵਰੀ ਨੂੰ ਆਪਾਂ ਮਨਾਉਂਦੇ ਹਾਂ ਆਰਮੀ ਡੇ, ਠੀਕ ਹੈ, ਆਰਮੀ ਦੀ ਸਟੈਬਲਿਸ਼ਮੈਂਟ ਹੋਈ ਸੀ, ਠੀਕ ਹੈ। ਅਤੇ 23 ਜਨਵਰੀ ਨੂੰ ਸੁਭਾਸ਼ ਚੰਦਰ ਨੇਤਾ ਜੀ ਦਾ ਆਪਾਂ ਕੀ ਮਨਾਉਂਦੇ ਹਾਂ, ਜਯੰਤੀ ਮਨਾਉਂਦੇ ਹਾਂ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਿਆ। ਅਤੇ 30 ਜਨਵਰੀ ਹੈ, 30 ਜਨਵਰੀ ਨੂੰ ਆਪਾਂ ਮਨਾਉਂਦੇ ਹਾਂ ਮਹਾਤਮਾ ਗਾਂਧੀ ਜੀ ਦੀ ਅਸੈਸੀਨੇਸ਼ਨ ਕੀਤਾ ਗਿਆ ਸੀਗਾ, ਪੋਲੀਟੀਕਲ ਮਰਡਰ, ਤਾਂ ਉਹਨਾਂ ਫਾਦਰ ਆਫ ਜਿਹੜੇ ਉਹਨਾਂ ਦਾ ਸਾਬਰਮਤੀ ਆਸ਼ਰਮ ਦੇ ਕੋਲ ਕੀਤਾ ਗਿਆ ਸੀਗਾ, ਠੀਕ ਹੈ, ਉਹ ਤੁਸੀਂ ਯਾਦ ਰੱਖਣਾ। ਆਈ ਹੋਪ ਕਿ ਤੁਹਾਨੂੰ ਸਾਰੇ ਦਿਨ ਦੱਸਦੇ ਨੇ। ਉਸ ਤੋਂ ਬਾਅਦ ਇੰਡੀਆ ਦੇ ਵਰਲਡ ਜਿਹੜੀ ਰੈਪਿਡ ਚੈਸ ਚੈਂਪੀਅਨਸ਼ਿਪ ਹੈ ਉਹ ਕਿਹਨਾਂ ਨੇ ਜਿੱਤੀ ਹੈ, ਤਾਂ ਇਹ ਫਸਟ ਪਰਸਨ ਨੇ ਉਜ਼ਬੇਕਿਸਤਾਨ ਦੇ ਨੇ ਨੌਦੀਬੇਕ ਅਬੂਤੁਸਤਰੋਵ। ਇਹ ਜਿਹੜੇ ਪਰਸਨ ਨੇ ਇਹਨਾਂ ਨੇ ਰਸ਼ੀਆ ਦੇ ਪਲੇਅਰ ਨੂੰ ਹਰਾਇਆ, ਠੀਕ ਹੈ, ਰਸ਼ੀਆ ਦੇ ਪਲੇਅਰ ਨੂੰ ਹਰਾਇਆ। ਅਤੇ ਪੂਰੇ ਵਰਲਡ ਦੇ ਵਿੱਚ ਇਹ ਤੁਸੀਂ ਯਾਦ ਰੱਖਣਾ ਇੱਕ ਫੀਡੇ ਕੱਪ ਹੁੰਦਾ ਜਿਹੜਾ ਚੈਸ ਵਾਸਤੇ, ਫੀਡੇ ਕੱਪ, ਠੀਕ ਹੈ, ਫੀਡੇ ਕੱਪ ਹੁੰਦਾ ਚੈਸ ਵਾਸਤੇ, ਇਹ ਤੁਸੀਂ ਯਾਦ ਰੱਖਣਾ। ਪੂਰੇ ਦੁਨੀਆ ਦੇ ਸਭ ਤੋਂ ਬੈਸਟ ਪਲੇਅਰ ਇਹਦੇ ਵਿੱਚ ਇਹ ਜਿਹੜੀ ਚੈਂਪੀਅਨਸ਼ਿਪ ਹੋਈ ਹੈ ਇਹਦੇ ਵਿੱਚ ਜਿਹੜਾ ਪਰਸਨ ਜਿੱਤਿਆ ਉਜ਼ਬੇਕਿਸਤਾਨ ਦਾ, ਇਹਨੂੰ ਕੀ ਦਿੱਤਾ ਜਾਊਗਾ, $60,000 ਦਿੱਤੇ ਜਾਣਗੇ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਅਤੇ ਸਭ ਤੋਂ ਬੈਸਟ ਪਲੇਅਰ ਨੇ ਨਾਰਵੇ ਦੇ ਮੈਗਨਸ ਕਾਰਲਸਨ, ਠੀਕ ਹੈ, ਮੈਗਨਸ ਕਾਰਲਸਨ। ਅਤੇ ਉਸ ਤੋਂ ਬਾਅਦ ਤੁਸੀਂ ਯਾਦ ਇੰਡੀਆ ਦੇ ਵਿਸ਼ਵਨਾਥ ਆਨੰਦ ਜਿਹੜੇ ਨੇ ਇੰਡੀਆ ਦੇ ਬੈਸਟ ਪਲੇਅਰ ਨੇ, ਠੀਕ ਹੈ ਜੀ, ਇਹ ਤੁਸੀਂ ਚੈਸ ਦੇ ਵਿੱਚ ਜਿਵੇਂ ਹੋਰ ਵੀ ਯਾਦ ਰੱਖ ਸਕਦੇ ਹੋ। ਜਿਹੜਾ ਡੇਵਿਸ ਕੱਪ ਹੈ ਇਹ ਹੁੰਦਾ ਜੀ ਟੈਨਿਸ ਦੇ ਵਿੱਚ, ਠੀਕ ਹੈ, ਟੈਨਿਸ ਦੇ ਵਿੱਚ ਹੁੰਦਾ, ਇਹ ਰਸ਼ੀਆ ਨੇ ਜਿੱਤਿਆ, ਠੀਕ ਹੈ, ਇਹ ਰਸ਼ੀਆ ਦੇ ਕਰੋਸ਼ੀਆ ਨੂੰ ਹਰਾ ਕੇ ਜਿੱਤਿਆ। ਅਤੇ ਜਿਵੇਂ ਰਾਈਟਰ ਕੱਪ ਹੁੰਦਾ ਇਹ ਗੋਲਫ ਦੇ ਵਿੱਚ ਹੈ, ਇਹ USA ਨੇ ਜਿੱਤਿਆ, ਗੋਲਫ ਸਭ ਤੋਂ ਮਹਿੰਗੀ ਗੇਮ। ਅਤੇ ਜਿਹੜਾ ਕੀ ਨਾਮ ਹੈ ਊਬਰ ਕੱਪ ਹੋ ਗਿਆ, ਥੋਮਸ ਕੱਪ ਹੋ ਗਿਆ, ਇਹ ਦੋਨੇ ਬੈਡਮਿੰਟਨ ਦੇ ਹੈਗੇ ਨੇ। ਊਬਰ ਕੱਪ ਜਿੱਤਿਆ ਜੀ ਚਾਈਨਾ ਨੇ, ਠੀਕ ਹੈ, ਅਤੇ ਜਿਹੜਾ ਥੋਮਸ ਕੱਪ ਹੈ ਇਹ ਇੰਡੋਨੇਸ਼ੀਆ ਨੇ ਜਿੱਤਿਆ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਆਈ ਹੋਪ ਕਿ ਤੁਹਾਨੂੰ ਮੈਂ ਇਸ ਦੇ ਰਿਲੇਟਿਡ ਸਾਰੇ ਨਿਊਜ਼ ਵੀ ਦੱਸ ਦਿੱਤੀਆਂ ਨੇ। ਅਤੇ ਪੇਪਰ 'ਚ ਇੱਕ ਚੀਜ਼ ਹੋਰ ਆ ਸਕਦੀ ਹੈ, ਕਈ ਵਾਰੀ ਪੇਪਰ 'ਚ ਆਉਂਦਾ ਵਿਜੇ ਹਜ਼ਾਰੇ ਟਰੋਫੀ ਕਿਹਨਾਂ ਨੇ ਜਿੱਤੀ ਹੈ, ਤਾਂ ਇਹ ਜਿੱਤੀ ਹੈ ਹਿਮਾਚਲ ਪ੍ਰਦੇਸ਼ ਨੇ 2022 ਦੇ ਵਿੱਚ, ਠੀਕ ਹੈ। ਅਤੇ ਉਸ ਤੋਂ ਬਾਅਦ ਜੇ ਪੁੱਛੇ ਤੁਹਾਨੂੰ ਸੈਯਦ ਮੁਸ਼ਤਾਕ ਅਲੀ, ਇਹ ਵੀ ਕ੍ਰਿਕਟ ਦੀ ਟਰੋਫੀ ਹੈ, ਸੈਯਦ ਮੁਸ਼ਤਾਕ ਅਲੀ, ਇਹ ਜਿੱਤਿਆ ਦੀ ਤਮਿਲਨਾਡੂ ਨੇ, ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖਣਾ ਇਸ ਸਾਲ ਦੀ। ਤਾਂ ਆਪ ਦੋਨੇ ਕੁਐਸਚਨ ਪੇਪਰ 'ਚ ਆ ਸਕਦੇ ਨੇ। ਅਤੇ ਅੱਜ ਦੇ ਕਰੰਟ ਅਫੇਅਰ ਖਤਮ ਹੋ ਗਏ ਨੇ, ਮਿਲਦੇ ਹਾਂ ਜੀ 12 ਤਰੀਕ ਦੇ ਕਰੰਟ ਅਫੇਅਰ ਦੇ ਵਿੱਚ। ਥੈਂਕ ਯੂ ਫॉर ਵਾਚਿੰਗ।